ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। प्रोग्राम करंट अफेयर्स ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਮੈਂ ਹਰਿੰਦਰ ਸਿੰਘ ਗਿੱਲ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਹਾਂ ਖਬਰਾਂ ਦੇ ਉੱਤੇ ਚਰਚਾ ਤੇ ਮੇਰਾ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਪਾਉਂਦੇ ਹਾਂ ਫਤਿਹ ਦੀ ਸਾਂਝ ਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਕੱਲ੍ਹ ਕੁਝ ਪ੍ਰਚਾਰਕਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਆ ਅਕਾਲ ਤਖਤ ਦੇ ਉੱਤੇ। ਸੋ ਉਹ ਸ਼ਿਕਾਇਤ ਜਿਹੜੀ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਸੂਰਜ ਪ੍ਰਕਾਸ਼ ਨਾਂ ਦਾ ਜਿਹੜਾ ਗ੍ਰੰਥ ਆ ਜਿਹਦੇ ਤੋਂ ਕਥਾ ਵੀ ਹੁੰਦੀ ਆ ਉਸ ਦੇ ਵਿੱਚ ਕੁਝ ਇਤਰਾਜ਼ਯੋਗ ਗੱਲਾਂ ਕਹਿੰਦੇ ਲਿਖੀਆਂ ਗਈਆਂ। ਇਹਦੇ ਸਬੰਧ ਦੇ ਵਿੱਚ ਕੌਣ ਮਾफ़ੀ ਮੰਗੇਗਾ? ਇਹ ਗੱਲ ਵਾਕਿਆ ਹੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਦਰੁਸਤ ਆ ਜਾਂ ਫਿਰ ਮਾਈ ਭਾਗੋ ਦੇ ਬਾਰੇ ਵਿੱਚ ਜੋ ਕੁਛ ਉਹਨਾਂ ਨੇ ਬੋਲਿਆ ਆ ਉਸ ਦੇ ਉੱਤੇ ਵਾਕਿਆ ਹੀ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ? ਜਿਹੜੀ ਗੱਲ ਢੱਡਰੀਆਂ ਵਾਲਿਆਂ ਦੀ ਹੈ ਜੀ, ਮੇਨ ਮੁੱਦਾ ਹੈਗਾ ਜੀ ਸਿੱਧੂ ਮੂਸੇਵਾਲਾ ਗਾਇਕ, ਜਿਹਨੇ ਆਪਣੇ ਗਾਣੇ ਦੇ ਵਿੱਚ ਜਿਹੜਾ ਸੀ ਮਾਈ ਭਾਗੋ ਦਾ ਜ਼ਿਕਰ ਕੀਤਾ ਤੇ ਕਾਫੀ ਬਵਾਲ ਹੋਈ ਸੀ ਉਸ ਟਾਈਮ ਦੇ ਉੱਤੇ। ਉਸ ਵਿਅਕਤੀ ਨੇ ਜਨਤਕ ਤੌਰ 'ਤੇ ਮਾफ़ੀ ਵੀ ਮੰਗ ਲਈ, ਲੇਕਿਨ ਕਿਹਾ ਗਿਆ ਜੀ ਉਹਨੂੰ ਅਕਾਲ ਤਖਤ 'ਤੇ ਪੇਸ਼ ਕਰੋ। ਜਹੇਦਾਰ ਅਕਾਲ ਤਖਤ ਨੇ ਕਿਹਾ ਵੀ ਉਹ ਪਤਿਤ ਤਾਂ ਉਹਨੂੰ ਅਕਾਲ ਤਖਤ 'ਤੇ ਪੇਸ਼ ਨਹੀਂ ਕਰ ਸਕਦੇ, ਲੇਕਿਨ ਮੈਂ ਜਹੇਦਾਰ ਨੂੰ ਇਹ ਗੱਲ ਕਹੂੰਗਾ ਵੀ ਇਤਿਹਾਸ ਗਵਾਹ ਵਾ, ਜੇ ਤੁਸੀਂ ਨਹੀਂ ਪੇਸ਼ ਕਰ ਸਕਦੇ, ਜੇ ਕੋਈ ਆਪਣੀ ਮਰਜ਼ੀ ਨਾਲ ਆ ਕੇ ਮਾफ़ੀ ਮੰਗਦਾ ਤਾਂ ਤੁਸੀਂ ਕਿਵੇਂ ਉਹਨੂੰ ਟਾਲ ਸਕਦੇ ਹੋ? ਜਦੋਂ ਅਕਾਲੀ ਆਗੂ ਤੇ ਕਾਂਗਰਸੀ ਆਗੂ ਤਲਬ ਕੀਤੇ ਸੀ ਅਕਾਲ ਤਖਤ 'ਤੇ, ਜਦੋਂ ਮਸੂਦਾ ਸਾਹਿਬ ਦੇ ਡੇਰੇ ਜਾਣ 'ਤੇ ਤੁਹਾਨੂੰ ਪਤਾ ਵੀ ਮਨਪ੍ਰੀਤ ਦਾ ਮੁੰਡਾ ਜਿਹੜਾ ਅਰਜਨ ਉਹਨੂੰ ਵੀ ਤਲਬ ਕੀਤਾ ਸੀਗਾ। ਉਹ ਸਿੱਖ ਸੀ। ਬੀਬੀ ਭੱਠਲ ਨੂੰ ਤਲਬ ਕੀਤਾ ਸੀ। ਕੀ ਉਹ ਸਿੱਖ ਸੀ? ਉਹ ਪਤਿਤ ਨਹੀਂ। ਇਸੇ ਕਰਕੇ ਇਹ ਜਿਹੜੀ ਗੱਲ ਚੰਗੀ ਲੱਗਦੀ ਹੈ ਇਹਨਾਂ ਨੂੰ ਅਕਾਲ ਤਖਤ ਵਾਲਿਆਂ ਨੂੰ ਉਹ ਕਰ ਲੈਂਦੇ ਆ, ਜਿਹੜੀ ਚੰਗੀ ਨਹੀਂ ਲੱਗਦੀ ਫਿੱਟ ਨਹੀਂ ਮਿਲਦੀ ਉਹਦੇ ਬਾਰੇ ਕਹਿ ਦਿੰਦੇ ਆ ਜੀ ਇਹ ਪਤਿਤ ਸੀ, ਬਤਾਇਆ ਨਹੀਂ ਜਾ ਸਕਦਾ। ਹੁਣ ਅਗਲੀ ਗੱਲ ਚੱਲਦੇ ਆਪਾਂ ਢੱਡਰੀਆਂ ਵਾਲਿਆਂ ਦੀ। ਢੱਡਰੀਆਂ ਵਾਲਿਆਂ ਤੋਂ ਪਹਿਲਾਂ ਇੱਕ ਨਿਊਜ਼ੀਲੈਂਡ ਦੇ ਟੀਵੀ ਰੇਡੀਓ ਨੇ ਵੀ ਇਹਦੇ ਟਿੱਪਣੀ ਕੀਤੀ ਸੀ ਵੀ ਢੱਡਰੀਆਂ ਵਾਲੇ ਸਿੱਧੂ ਮੂਸੇ ਵਾਲੇ ਜੋ ਕੀਤਾ ਉਹ ਅਸੀਂ ਮੰਨਦੇ ਵੀ ਗਲਤ ਕੀਤਾ, ਨਹੀਂ ਸੀ ਕਰਨਾ ਚਾਹੀਦਾ ਉਹਨੂੰ, ਲੇਕਿਨ ਜੋ ਸੂਰਜ ਪ੍ਰਕਾਸ਼ ਦੇ ਵਿੱਚ ਗਿਆਨੀ ਸੰਤੋਖ ਸਿੰਘ ਨੇ ਲਿਖਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ? ਜਿਹਦੇ ਵਿੱਚ ਮਾਈ ਭਾਗਾਂ ਨੂੰ ਦਗੰਬਰ ਲਿਖਿਆ ਗਿਆ। ਦਬੰਗਰ ਮਤਲਬ ਵੀ ਬੰਦਾ ਜਿਹੜਾ ਵਾ ਉਹ ਕੱਪੜੇ ਨਹੀਂ ਪਹਿਨਦਾ, ਉੱਦਾਂ ਰਹਿੰਦਾ। ਅਤੇ ਗੁਰੂ ਗੋਬਿੰਦ ਸਿੰਘ ਬਾਰੇ ਉਹ ਲਿਖਦਾ ਵੀ ਉਹ ਤਾਂ ਵੇਖੋ ਜੀ ਉਸ ਟਾਈਮ ਦੇ ਉੱਤੇ ਬਿਲਕੁਲ ਨਰੋਲ ਭਗਤ ਹੋ ਚੁੱਕੇ ਸੀ, ਉਹਨੂੰ ਪਤਾ ਨਹੀਂ ਕੋਈ ਕੋਈ ਨੰਗਾ ਹੈ, ਕੋਈ ਕੱਪੜੇ ਪਾਏ ਕਿ ਨਹੀਂ ਪਾਏ, ਉਹ ਤਾਂ ਆਪਣੀ ਭਗਤੀ 'ਚ ਲੀਨ ਸੀਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਢੱਡਰੀਆਂ ਵਾਲੇ ਜੇ ਗੱਲ ਕਹੀ ਆ, ਢੱਡਰੀਆਂ ਨੇ ਹਵਾਲਾ ਦੇ ਕੇ ਕਹੀ ਆ ਸੂਰਜ ਪ੍ਰਕਾਸ਼ ਦਾ। ਉਸ ਸੂਰਜ ਪ੍ਰਕਾਸ਼ ਕੋਈ ਅੱਜ ਨਹੀਂ ਛਪਿਆ, ਸੈਂਕੜੇ ਸਾਲ ਪਹਿਲਾਂ ਛਪਿਆ ਉਹ, ਜਾਂ ਦਹਾਕੇ ਕੀ ਪਹਿਲਾਂ ਛਪਿਆ ਉਹ। ਜੇ ਛਪਿਆ ਤਾਂ ਅੱਜ ਤੱਕ ਸ਼੍ਰੋਮਣੀ ਕਮੇਟੀ ਕਿਉਂ ਚੁੱਪ ਰਹੀ? ਅਕਾਲ ਤਖਤ ਚੁੱਪ ਕਿਉਂ ਰਿਹਾ? ਅਕਾਲ ਤਖਤ ਨੂੰ ਚਾਹੀਦਾ ਸੀ ਉਸ ਜਿਹੜਾ ਗ੍ਰੰਥ ਸੀ ਉਹਨੂੰ ਮੰਗਵਾ ਕੇ ਉਹਦੇ ਵਿੱਚੋਂ ਉਹ ਪੋਰਸ਼ਨ ਕੱਢ ਦਿੱਤਾ ਜਾਂਦਾ ਜਿਹੜਾ ਪੋਰਸ਼ਨ ਜਿਹੜਾ ਵਿਵਾਦਤ ਅਜੇ ਤੱਕ ਨਹੀਂ ਕੱਢਿਆ ਗਿਆ। ਜੇ ਦਸਮ ਗ੍ਰੰਥ ਦੀ ਗੱਲ ਕਰਦੇ ਤਾਂ ਲੋਕ ਉਹਦੇ 'ਤੇ ਵੀ ਉਂਗਲ ਚੁੱਕਦੇ ਚੁੰਗਲ ਵਾਲੇ। ਸਾਡੀ ਕੋਈ ਲੜਾਈ ਨਹੀਂ ਉਹਨਾਂ ਨਾਲ ਹੈਗੀ, ਨਾ ਅਸੀਂ ਦਸਮ ਗ੍ਰੰਥ ਦੇ ਹੱਕ 'ਚ ਨਾ ਅਸੀਂ ਵਿਰੋਧ 'ਚ। ਜੋ ਅਕਾਲ ਤਖਤ ਦਾ ਹੁਕਮ ਉਹ ਮੰਨਦੇ ਆ। ਅਕਾਲ ਤਖਤ ਨੇ ਹੁਕਮ ਆ ਵੀ ਦਸਮ ਗ੍ਰੰਥ 'ਤੇ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਨਹੀਂ ਕਰਨੀ, ਲੇਕਿਨ ਉਹਦਾ ਚਿੱਤਰ ਪਖਿਆਨ ਕੀ ਆ? ਉਹਦੇ ਵਿੱਚ ਤਾਂ ਉਹ ਕੁਝ ਹੀ ਆ। ਇੱਕ ਪਾਸੇ ਚਿੱਤਰ ਪਖਿਆਨ ਦੀ ਅਸੀਂ ਕਹਿੰਦੇ ਜੀ ਕਥਾ ਕਰਦੇ ਹਾਂ, ਦੂਜੇ ਪਾਸੇ ਅਸੀਂ ਕਹਿੰਦੇ ਇਹ ਜਿਹੜਾ ਢੱਡਰੀਆਂ ਵਾਲਿਆਂ ਨੇ ਗਲਤ ਕਿਹਾ। ਢੱਡਰੀਆਂ ਵਾਲਿਆਂ ਨੇ ਕੋਈ ਘਰ ਗ੍ਰੰਥ ਨਹੀਂ ਛਾਪਿਆ, ਜਿਹੜਾ ਪਹਿਲਾਂ ਗ੍ਰੰਥ ਛਪਿਆ ਉਹਦੇ ਵਿੱਚੋਂ ਹਵਾਲਾ ਦਿੱਤਾ ਵੀ ਸਿੱਧੂ ਮੂਸੇ ਵਾਲੇ ਜੋ ਕਿਹਾ ਗਲਤ ਕਿਹਾ, ਲੇਕਿਨ ਇਹਦੇ ਬਾਰੇ ਕੀ ਕਰੋਗੇ? ਅਤੇ ਜੇ ਉਹ ਗੱਲ ਕਹਿਣ ਦੇ ਉੱਤੇ ਤੁਸੀਂ ਕਹਿੰਦੇ ਉਹਨੂੰ ਤਲਬ ਕਰਨਾ, ਕਰ ਲਓ। ਉਹ ਕਹੇਗਾ ਵੀ ਆਓ ਮੇਰੇ ਨਾਲ ਡਿਬੇਟ ਕਰਨੀ ਹੈ ਅਤੇ ਅਕਾਲ ਤਖਤ ਸਾਹਮਣੇ ਬਹਿ ਕੇ ਕਰੋ, ਜਨਤਾ ਜੇ ਕਰੂਗਾ ਕਿ ਤੁਸੀਂ ਆ ਕੇ ਕਰੋਗੇ। ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਹੋ ਗੱਲ ਕਹੀ ਸੀ ਵੀ ਮੈਂ ਤੁਹਾਡੇ ਬੰਦ ਕਮਰੇ 'ਚ ਗੱਲ ਨਹੀਂ ਕਰਨੀ, ਮੈਂ ਜਨਤਾ ਦੀ ਕਚਹਿਰੀ 'ਚ ਗੱਲ ਕਰਨੀ ਹੈ। ਇਹ ਉਹਦੇ ਡਰ ਦੇ ਮਾਰੇ ਆਈ ਨਹੀਂ ਬਾਹਰ। ਅਗਲਾ 4 ਘੰਟੇ ਅਕਾਲ ਤਖਤ 'ਤੇ ਬਹਿ ਕੇ ਮੁੜ ਕੇ ਆਪਣਾ ਜਿਹੜਾ ਸੀ ਸਪਸ਼ਟੀਕਰਨ ਉਹ ਗੁਰੂ ਦੀ ਗੋਲਕ 'ਤੇ ਰੱਖ ਕੇ ਚਲਾ ਗਿਆ। ਲੈ ਸੱਚੇ ਪਾਤਸ਼ਾਹ ਤੂੰ ਹੀ ਵਿਚਾਰਨਾ ਹੀ ਹੈ। ਇਹਨਾਂ ਨੇ ਪੰਥ 'ਚ ਸਿੱਖਤਾ। ਸਿਰਫ ਇੱਕ ਗੱਲ ਆ, ਜਿਹੜੇ ਕੱਲ੍ਹ ਉੱਥੇ ਪ੍ਰਚਾਰਕ ਆਏ ਨੇ ਉਹਨਾਂ ਨੇ ਨਾਲ ਵੀ ਗੱਲ ਲਿਖੀ, ਜਿਹੜੀ ਗੱਲ ਵਿਵਾਦਤ ਹੋ ਰਹਾ। ਉਹ ਕਹਿੰਦੇ ਵੀ ਇਹਨੇ ਢੱਡਰੀਆਂ ਵਾਲੇ ਨੇ ਇਹ ਵੀ ਗੱਲ ਵੀ ਗੁਰੂ ਗੋਬਿੰਦ ਸਿੰਘ ਜੀ ਫੀਮ ਖਾਂਦੇ ਸੀ। ਉਹਨਾਂ ਨੇ ਆਪਣੀ ਫੀਮ ਦੇ ਵਿੱਚੋਂ ਜਦੋਂ ਬਚਿੱਤਰ ਸਿੰਘ ਨੇ ਹਾਥੀ ਮਾਰਿਆ ਵਾ, ਇੱਕ ਮਛਰਿਆ ਹਾਥੀ ਮਾਰਿਆ ਵਾ, ਉਹਨੂੰ ਕਿਹਾ ਲੈ ਜਾ ਫੀਮ ਖਾ ਕੇ ਤੇ ਅੱਖ ਦੇ ਵਿੱਚ ਤੂੰ ਮਾਰ, ਅੱਖ ਦੇ ਵਿੱਚ ਮਾਰ ਤੂੰ ਉਹਦਾ ਜਿਹੜਾ ਨੇਜਾ ਵਾ। ਅਤੇ ਮੇਰਾ ਕਹਿਣ ਤੋਂ ਬਾਅਦ ਜੇ ਉਸ ਗ੍ਰੰਥ 'ਚ ਲਿਖਿਆ ਵਾ ਉਹਨੇ ਹਵਾਲਾ ਦਿੱਤਾ ਵਾ ਅਤੇ ਕਮਲੇ ਨੂੰ ਨਾ ਮਾਰੇ ਅਤੇ ਕਮਲੇ ਦੀ ਮਾਂ ਨੂੰ ਪਹਿਲਾਂ ਮਾਰੋ
ਉਹਨੂੰ ਅਕਾਲ ਤਖਤ ਤੇ ਲਿਆ ਕੇ ਉਹਦੇ ਵਿੱਚੋਂ ਵਿਵਾਦ ਪੋਰਸ਼ਨ ਕੱਢ ਕੇ ਸੰਤਾਂ ਨੂੰ ਇੱਕ ਐਲਾਨ ਕਰ ਦਿਓ, ਆਦੇਸ਼ ਜਾਰੀ ਕਰ ਦਿਓ ਵੀ ਇਹਨੂੰ ਕੋਈ ਨਾ ਪੜ੍ਹੇ, ਇਹ ਹਿੱਸਾ ਸਾਡੇ ਜਿਹੜਾ ਵਾ ਸਿੱਖ ਧਰਮ ਦਾ ਨਹੀਂ, ਸਿੱਖ ਪੰਥ ਦਾ ਨਹੀਂ। ਇਸ ਕਰਕੇ ਮੈਂ ਸੋਚਦਾ ਵੀ ਉਹਦੇ ਖਿਲਾਫ ਐਕਸ਼ਨ ਲੈਣ ਤੋਂ ਪਹਿਲਾਂ ਜਿਹੜਾ ਉਹ ਗ੍ਰੰਥ ਲਿਖਿਆ ਵਾ ਉਹਦਾ ਕੋਈ ਹੱਲ ਕੀਤਾ ਜਾਣਾ ਚਾਹੀਦਾ। ਜਹੇਦਾਰ ਸਾਹਿਬ ਨੇ ਕਹਿ ਦਿੱਤਾ ਸੀ 5 ਸਿੰਘਾਂ ਦੀ ਮੀਟਿੰਗ ਵਿਚਾਰ ਕਰਾਂਗੇ, ਲੇਕਿਨ ਜਿਹੜੇ ਕੱਲ੍ਹ ਉੱਥੇ ਪ੍ਰਚਾਰਕ ਆਏ ਨੇ ਉਹ ਕਿਹੜੇ ਸਨ? ਉਹ ਸੰਬੰਧਿਤ ਸਨ ਦਮਦਮੀ ਟਕਸਾਲ ਨਾਲ, ਕਿਉਂਕਿ ਦਮਦਮੀ ਟਕਸਾਲ ਦਾ PRO ਜਿਹੜਾ ਵਾ ਉਹਨਾਂ ਦਾ ਪ੍ਰੈਸ ਨੂੰ ਜਾਰੀ ਕਰ ਰਿਹਾ। ਜੇ ਉਹਨਾਂ ਦੇ ਪ੍ਰਚਾਰਕ ਨਹੀਂ ਸੀ ਫਿਰ ਉਹ ਆਪਣਾ ਨਾਂ ਲਿਖ ਕੇ ਪ੍ਰੈਸ ਨੂੰ ਜਾਰੀ ਕਿਉਂ ਕਰ ਰਿਹਾ? ਇਹਦਾ ਮਤਲਬ ਉਹਨਾਂ ਸੰਬੰਧਿਤ ਸੀਗੇ। ਦਮਦਮੀ ਟਕਸਾਲ ਦੇ ਨਾਲ ਤੇ ਬਾਬਾ ਢੱਡਰੀ ਵਾਲੇ ਦੀ ਪੁਰਾਣੀ ਦੁਸ਼ਮਣੀ ਆ। ਤੁਹਾਨੂੰ ਪਤਾ ਵੀ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਇੱਕ ਛਬੀਲ ਲਾਈ ਗਈ ਸੀ, ਛਬੀਲ ਦੀ ਆੜ ਹੇਠਾਂ ਬਾਬੇ ਢੱਡਰੀਆਂ ਵਾਲੇ ਤੇ ਜਿਹੜਾ ਸੀ ਇੱਕ ਅਟੈਕ ਕੀਤਾ ਗਿਆ ਸੀ। ਉਹਦਾ ਇੱਕ ਸਾਥੀ ਭੁਪਿੰਦਰ ਸਿੰਘ ਮਰ ਗਿਆ ਸੀ। ਉਹਨੇ ਦਮਦਮੀ ਟਕਸਾਲ ਦੇ ਮੁਖੀ ਦੇ ਉੱਤੇ ਕੋਈ ਟਿੱਪਣੀ ਕੀਤੀ ਸੀ। ਉਹ ਟਿੱਪਣੀ ਡੂੰਘਾਈ 'ਚ ਅਸੀਂ ਨਹੀਂ ਜਾਵਾਂਗੇ, ਲੇਕਿਨ ਅਸੀਂ ਕਹਿੰਦੇ ਵੀ ਢੱਡਰੀਆਂ ਵਾਲੇ ਨੂੰ ਇੱਕ ਮਹਾਂਪੁਰਖ ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ। ਜੇ ਗੱਲ ਕਰਨੀ ਤੇ ਆਪਣੇ ਤਰੀਕੇ ਤੇ ਸਲੀਕੇ ਨਾਲ ਕਰਦਾ। ਜੇ ਉਹਨੇ ਟਿੱਪਣੀ ਕੀਤੀ ਤਾਂ ਜਵਾਨ ਟਿੱਪਣੀ 'ਚ ਦਿਓ, ਉਹ 'ਤੇ ਪਰਚਾ ਦਰਜ ਕਰਾ ਦਿਓ। ਬੰਦਾ ਮਾਰਨ ਦਾ ਕੀ ਮਤਲਬ ਹੋਇਆ? ਇਸ ਕਰਕੇ ਦਮਦਮੀ ਟਕਸਾਲ ਦੀ ਤੇ ਢੱਡਰੀਆਂ ਵਾਲੀ ਜਿਹੜੀ ਉਦੋਂ ਦੀ ਲੱਗਦੀ ਹੈ, ਉਹ ਲਾਗਤਬਾਜ਼ੀ 'ਚ ਦਿੱਤੀ ਗਈ ਚਿੱਠੀ। ਉੱਥੇ ਚਿੱਠੀ ਜੇ ਉਹਨੂੰ ਤਲਬ ਵੀ ਕੀਤਾ ਜਾਂਦਾ ਵਾ ਤੇ ਕੀ ਕਹਿਣਗੇ? ਵੱਧ ਤੋਂ ਵੱਧ ਸਾਡੇ ਧਰਮ ਦੇ ਵਿੱਚ ਕੀ ਆ ਵੀ ਤੁਸੀਂ ਇੰਨੇ ਪਾਠ ਕਰ ਲਓ ਜੀ, ਤੁਸੀਂ ਅੱਗੇ ਤੋਂ ਵਿਵਾਦ ਦੇ ਵਿੱਚ ਗੱਲ ਨਾ ਕਰਿਓ, ਤੁਸੀਂ ਆ ਜੀ ਭਾਂਡੇ ਮਾਂਜ ਦਿਓ ਜੀ, ਉਹ ਤਿਆਰ। ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਲੇਕਿਨ ਮੈਂ ਸੋਚਦਾ ਵੀ ਜਹੇਦਾਰ ਸਾਹਿਬ ਨੂੰ ਸਭ ਤੋਂ ਪਹਿਲਾਂ ਢੱਡਰੀਆਂ ਦੇ ਵਾਲੇ ਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਵੀ ਕਮਲੇ ਨਾ ਮਾਰੋ, ਕਮਲੇ ਦੀ ਮਾਂ ਨੂੰ ਮਾਰੋ। ਜਿਹੜਾ ਉਹ ਗ੍ਰੰਥ ਆ ਉਹਦਾ ਕੋਈ ਠੋਸ ਹੱਲ ਕਰੋ। ਇਹੋ ਜਿਹੇ ਹੋਰ ਹੀ ਵਿਵਾਦਤ ਜਿਵੇਂ ਦਸਮ ਗ੍ਰੰਥ ਦੀ ਗੱਲ ਕੀਤੀ ਜਾਂਦੀ ਹੈ, ਅੱਜ ਸਾਡੇ 5 ਤਖਤਾਂ ਦੀ ਮਰਿਆਦਾ ਇੱਕ ਨਹੀਂ। ਜੇ 5 ਤਖਤ ਸਿੱਖ ਧਰਮ ਦੇ ਆ, ਸਿੱਖ ਪੰਥ ਦੇ ਆ, ਤੇ ਮਰਿਆਦਾ ਇੱਕ ਕਿਉਂ ਨਹੀਂ? ਤੇ ਅਸੀਂ ਚਾਹੁੰਦੇ ਉਹ ਮਰਿਆਦਾ ਵੀ ਇੱਕ ਹੋਵੇ। ਜਿੱਥੇ ਕੋਈ ਮਾੜੀ ਮਰਿਆਦਾ ਜਾਂ ਗਲਤ ਮਰਿਆਦਾ ਹੈ ਜਿਹੜੀ ਇਤਰਾਜ਼ਯੋਗ ਆ, ਉਹਨੂੰ ਬਦਲਿਆ ਜਾਵੇ ਤੇ ਇਹ ਮਰਿਆਦਾ ਜਿਹੜੀ ਇੱਕ ਲਾਗੂ ਕਰਕੇ ਅਕਾਲ ਤਖਤ ਦੀ ਤੇ ਸਭ ਤਖਤਾਂ ਨੂੰ ਬਰਾਬਰ ਕੀਤਾ ਜਾਵੇ। ਇਹ ਜਥੇਦਾਰਾਂ ਦੀ ਜਿਹੜੀ ਡਿਊਟੀ ਹੈ। ਜੇ ਉਹ ਨਹੀਂ ਕਰ ਸਕਦੇ ਤੇ ਫਿਰ ਮੈਂ ਸੋਚਦਾ ਉਹ ਕਿਸੇ ਸਿਆਸੀ ਦਬਾਅ ਥੱਲੇ ਨੇ। ਤੇ ਇਸ ਕਰਕੇ ਉਹ ਗ੍ਰੰਥ ਦਾ ਪਹਿਲਾਂ ਇਲਾਜ ਕਰੋ। ਜਦੋਂ ਗ੍ਰੰਥ ਦਾ ਇਲਾਜ ਕਰ ਦਿਓਗੇ, ਆਪੇ ਜੇ ਢੱਡਰੀਆਂ ਵਾਲਾ ਫਿਰ ਕੋਈ ਟਿੱਪਣੀ ਕਰੂਗਾ ਤੇ ਫਿਰ ਉਹ ਸਜ਼ਾ ਦਾ ਹੱਕਦਾਰ ਬਣਦਾ, ਫਿਰ ਸਜ਼ਾ ਦਿੱਤੀ ਜਾ ਸਕਦੀ ਹੈ ਉਹਨੂੰ। ਭੱਟੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਵਿਚਕਾਰ ਤਾਲਮੇਲ ਬਿਠਾਉਣ ਵਾਸਤੇ ਇੱਕ ਤਾਲਮੇਲ ਮੀਟਿੰਗ ਜਿਹੜੀ ਆ ਉਹ ਸੀਗੀ ਅੱਜ। ਉਹ ਮੀਟਿੰਗ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਮੈਂ ਸ਼ਾਮਲ ਨਹੀਂ ਹੋਣਾ। ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਸੀਗੀ। ਮੈਂ ਚਾਹੂੰਗਾ ਦਰਸ਼ਕਾਂ ਨਾਲ ਸਾਂਝ ਪਾਓ ਕਿ ਅੱਜ ਦੀ ਮੀਟਿੰਗ ਦਾ ਕੀ ਬਣਿਆ। ਇੱਕ ਪਹਿਲੀ ਗੱਲ ਤੇ ਇਹ ਮੀਟਿੰਗ ਦੇ ਵਿੱਚ 5 ਮੈਂਬਰੀ ਕਮੇਟੀ ਬਣੀ ਸੀ ਜੀ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ ਤੇ ਸਰਕਾਰ ਵੱਲੋਂ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਤੇ ਚਰਨਜੀਤ ਸਿੰਘ ਚੰਨੀ ਮੰਤਰੀ ਸਨ। ਤੇ ਇੱਕ ਸਾਂਝਾ ਬੰਦਾ ਬਾਬਾ ਹਰੀਆਂ ਵਾਲੇ ਜਿਹੜੇ ਨੇ ਉਹਨਾਂ ਦਾ ਇੱਕ ਸੀ ਬਾਬਾ ਹਰੀਆਂ ਵਾਲਾ। ਲੇਕਿਨ ਅਫਸੋਸ ਦੀ ਗੱਲ ਇਹ ਆ ਵੀ ਮੀਟਿੰਗ 5 ਮੈਂਬਰੀ ਹੋਣੀ ਹੁੰਦੀ ਆ, ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬੈਠਾ, ਉੱਥੇ ਚੀਫ ਸੈਕਟਰੀ ਵੀ ਬੈਠਾ, ਉੱਥੇ ਸਕੱਤਰ ਵੀ ਬੈਠੇ ਆ, ਸਾਰੇ ਬੈਠੇ ਹੋ। ਕਾਹਦੀ ਮੀਟਿੰਗ? ਸਰਕਾਰ ਦਾ ਇੱਕ ਨੁਮਾਇੰਦਾ ਆਇਆ, ਤੁਸੀਂ 15 ਨੁਮਾਇੰਦੇ ਬੈਠੇ ਹੋ। 20 ਮਿੰਟਾਂ ਦੀ ਮੀਟਿੰਗ ਚੱਲਦੀ ਹੈ। 20 ਮਿੰਟਾਂ 'ਚ ਕੋਈ 1 ਮਿੰਟ ਵੀ ਗੱਲ ਕਰੇ ਤੇ ਮੇਰੇ ਖਿਆਲ ਸਰਕਾਰ ਦੇ ਨੁਮਾਇੰਦੇ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹੋਊਗਾ। ਪਹਿਲੀ ਗੱਲ ਤਾਂ ਜਿਹੜੀ ਮੀਟਿੰਗ 5 ਮੈਂਬਰੀ, ਉਹ 5 ਮੈਂਬਰ ਹੀ ਬੈਠ ਕੇ ਕਰਨ ਤੇ ਬੈਟਰ ਆ। ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਇੱਥੇ ਗਲਤੀ ਕਰਦੀ ਹੈ, ਇਹ ਨਹੀਂ ਕੀਤੀ ਜਾਣੀ ਚਾਹੀਦੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ। ਜਦੋਂ 2014 ਦੇ ਵਿੱਚ ਸਾਡੇ ਮਾਨਯੋਗ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਿੱਪਣੀ ਕਰ ਦਿੱਤੀ ਸੀ ਸਾਡੇ ਇੱਕ ਦੇਸ਼ ਸੇਵਾ ਬਰਮੋਹੇ ਦੇ ਉੱਤੇ, ਦੇਸ਼ ਸੇਵਾ ਬਰਮੋਹੇ ਸ਼ੁਭ ਕਰਮ ਤੇ ਕਾਬੂ ਨਾ ਡਰੋ, ਨਾ ਡਰੋ ਅਰਸੋ, ਨਾ ਡਰੋ ਅਰਸੋ, ਅੱਗੇ ਲਿਖਿਆ ਜੀ, ਕਹਿ ਦਿੱਤਾ ਸੀ ਵੀ ਜਿਹੜੀ ਨਿਸ਼ਚੇ ਕਰ ਜੇਤਲੀ ਕੀ ਜੀਤ ਕਰੋ। ਉਸ ਟਾਈਮ ਦੇ ਤੇ ਇੰਨਾ ਬਵਾਲ ਹੋਇਆ ਸੀ। ਆਖਰਕਾਰ ਭਾਜਪਾ ਨੇ ਇੰਨਾ ਕੁ ਦਬਾਅ ਪਾਇਆ ਵੀ ਉਹਨਾਂ ਨੂੰ ਅਕਾਲ ਤਖਤ 'ਤੇ ਪੇਸ਼ ਹੋਣਾ ਪਿਆ। ਅਕਾਲ ਤਖਤ 'ਤੇ ਆਏ। ਜਦੋਂ ਉਹਨਾਂ ਦੀ ਪੇਸ਼ੀ ਹੋਈ, 5 ਸਿੰਘ ਨੇ ਗੱਲਬਾਤ ਕਰਨੀ ਸੀਗੀ, ਤੇ ਉੱਥੇ ਤੁਹਾਡਾ ਸਕੱਤਰ ਵੀ ਬੈਠਾ ਵਾ, ਉੱਥੇ ਤੁਹਾਡਾ ਮਹਿਤਾ ਮੈਂਬਰ ਵੀ ਬੈਠਾ ਵਾ ਜਿਹੜਾ ਓਮਨੀ ਪ੍ਰੈਜ਼ੀਡੈਂਟ ਹੁੰਦਾ ਵਾ, ਉੱਥੇ ਹੋਰ ਵੀ 2-3 ਮੈਂਬਰ ਬੈਠੇ ਆ। ਤੇ ਗਿਆਨੀ ਗੁਰਮੁਖ ਸਿੰਘ ਇੱਕ ਵੈਦ ਬੰਦਾ ਸੀਗਾ, ਜਿਹਨੇ ਕਿਹਾ ਸਿਆਸੀ ਆਗੂ ਸਾਰੇ ਬਾਹਰ ਚੱਲੋ, ਮਲਮ ਸਾਰੇ ਬਾਹਰ ਚੱਲੋ, 5 ਸਿੰਘ ਸਾਹਿਬ ਹੋਣਗੇ ਤੇ 6ਵਾਂ ਉਹ ਹੋਏਗਾ। ਇਹ ਹੁੰਦੀ ਗੱਲ। ਇੱਥੇ ਵੀ ਚਾਹੀਦਾ ਸੀ ਬੀਬੀ ਜਗੀਰ ਕੌਰ ਨੂੰ ਜਾਂ ਹਰੀਆਂ ਵਾਲੇ ਬਾਬੇ ਚਾਹੀਦਾ ਸੀ, ਬਾਕੀ ਸਾਰੇ ਬਾਹਰ ਚੱਲੋ ਜੀ, 5 ਮੈਂਬਰ ਬੈਠਣਗੇ ਇੱਥੇ ਮੀਟਿੰਗ ਦੇ ਵਿੱਚ। ਪਹਿਲੀ ਗੱਲ ਤਾਂ ਉਹ ਮੀਟਿੰਗ ਦਾ ਤਰਤੀਬ ਤੇ ਤਰੀਕਾ ਗਲਤ ਸੀਗਾ। ਇਹ ਮੀਟਿੰਗ ਇੱਦਾਂ ਨਹੀਂ ਹੁੰਦੀ ਜਿਹੜੀ।
ਦੂਸਰੀ ਚੀਜ਼, ਤਾਲਮੇਲ ਕਮੇਟੀ ਜਿਹੜੀ ਬਣਾਈ ਗਈ ਸੀ ਉਹ ਜਥੇਦਾਰ ਅਕਾਲ ਤਖਤ ਨੇ ਇੱਕ ਉਪਰਾਲਾ ਕੀਤਾ ਸੀ ਵੀ ਕਿੰਨਾ ਚੰਗਾ ਹੋਵੇ ਜੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਮਿਲ ਕੇ ਮਨਾਵੇ। ਤੁਹਾਨੂੰ ਪਤਾ ਹੈਗਾ 1969 ਦੇ ਵਿੱਚ ਜੋ ਸ਼ਤਾਬਦੀ ਮਨਾਈ ਗਈ ਸੀ 500 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ, ਉਦੋਂ ਸਰਕਾਰ ਨੇ ਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਮਿਲ ਕੇ ਮਨਾਇਆ ਸੀ। ਕਿਉਂ ਜਸਟਿਸ ਗੁਰਨਾਮ ਸਿੰਘ ਜਿਹੜੇ ਸੀਗੇ ਉਹ ਬੜੇ ਸਿਆਣੇ ਬੰਦੇ ਸੀ, ਮੁੱਖ ਮੰਤਰੀ ਪੰਜਾਬ ਸੀਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੀ ਉਹ ਸੰਤ ਫਤਿਹ ਸਿੰਘ ਸੀਗੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਸੱਜਣ ਸਿੰਘ ਸੀਗੇ। ਇਹ ਤਿੰਨੇ ਬੰਦਿਆਂ ਨੇ ਮਿਲ ਕੇ ਮਨਾਇਆ ਸੀਗਾ ਵੀ ਆਪਾਂ ਮਿਲ ਕੇ ਮਨਾਈਏ। ਉਦੋਂ ਗੱਲਾਂ ਕੁਝ ਹੋਰ ਸੀਗੀਆਂ, ਉਦੋਂ ਹਉਮੈ ਇੰਨੀ ਨਹੀਂ ਸੀ ਜੀ ਹੁਣ ਹੈਗੀ ਸੀ, ਲੇਕਿਨ ਫਿਰ ਵੀ ਉਦੋਂ ਜਿਹੜੀਆਂ ਗੱਲਾਂ ਕੀਤੀਆਂ ਉਦੋਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੀਆਂ ਕੀਤੀਆਂ ਸਟੇਜ ਦੇ ਉੱਤੋਂ, ਹੋਰ ਕੋਈ ਗੱਲ ਨਹੀਂ ਸੀ ਕੀਤੀ। ਹੁਣ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਪਿਛਲੀ ਐਗਜ਼ਾਮਪਲ ਲੈ ਲਈਏ, 2008 ਦੇ ਵਿੱਚ ਇੱਕ ਸ਼ਤਾਬਦੀ ਮਨਾਈ ਗਈ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ। ਉਸ ਸ਼ਤਾਬਦੀ ਦੇ ਸਮੇਂ ਦੇ ਉੱਤੇ ਜਿਹੜੇ ਪਸਰੀਚਾ ਸਾਬਕਾ DGP ਮਹਾਰਾਸ਼ਟਰ ਦੇ, ਉਹ ਰਿਟਾਇਰ ਹੋ ਗਏ ਸੀ, ਉਸ ਟਾਈਮ 'ਤੇ ਪ੍ਰਧਾਨ ਸੀਗੇ, ਪ੍ਰਬੰਧਕ ਸੀ ਉੱਥੇ। ਉਹਨਾਂ ਨੇ ਇੱਕ ਗੱਲ ਕਹਿਤੀ ਵੀ ਸਟੇਜ 'ਤੇ ਸਿਰਫ ਧਾਰਮਿਕ ਆਗੂ ਬੈਠਣਗੇ, 5 ਸਿੰਘ ਸਾਹਿਬ ਬੈਠਣਗੇ, ਜਿਹੜਾ ਸਾਡਾ ਮੁੱਖ ਮੰਤਰੀ ਮਹਾਰਾਸ਼ਟਰ ਉਹ ਬੈਠੇਗਾ, ਗਵਰਨਰ ਬੈਠੇਗਾ, ਇੱਕ ਪ੍ਰਧਾਨ ਦੀ ਸੀਟ ਹੋਏਗੀ ਅਤੇ ਉਹਦੇ ਨਾਲ ਇੱਕ ਸੀਟ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲਾਤੀ ਸੀ ਵੀ ਇੱਕ ਤਾਂ ਬਜ਼ੁਰਗ, ਇੱਕ ਉਹ ਪੰਜਾਬ ਤੋਂ ਮੁੱਖ ਮੰਤਰੀ ਬਣ ਕੇ ਆਏ ਨੇ। ਬਾਕੀ ਇੱਕ ਸਾਡੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬੁਲਾਇਆ ਗਿਆ ਸੀ। ਡਾਕਟਰ ਮਨਮੋਹਨ ਸਿੰਘ ਇਹ ਸੀਟਾਂ ਉਹਨਾਂ 11 ਸੀਟਾਂ ਲਾਈਆਂ ਸਿਰਫ ਸਟੇਜ ਉੱਤੇ, 11ਵੇਂ ਤੋਂ ਬਾਅਦ 12ਵਾਂ ਬੰਦਾ ਸਟੇਜ 'ਤੇ ਚੜ੍ਹਨ ਦਿੱਤਾ ਉਹਨਾਂ ਨੇ। ਉਹਦੇ ਵਿੱਚੋਂ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਵਾਈਫ ਉੱਥੇ ਗਈ ਅਤੇ ਵਾਈਫ ਬਾਰੇ ਵੀ ਉਹਨਾਂ ਦੇ ਪ੍ਰੋਟੋਕੋਲ ਦੇ ਮੁਤਾਬਕ ਕਿਹਾ ਵੀ ਸਿਕਿਉਰਿਟੀ ਪੱਖੋਂ ਤੁਹਾਨੂੰ ਪਤਾ ਹੀ ਉਹਨਾਂ ਦੀ ਸਿਕਿਉਰਿਟੀ ਕਰਨੀ ਵੀ ਥੋੜ੍ਹੀ ਜਿਹੀ ਉਹਨਾਂ ਦੀ ਸੇਫ ਜਗ੍ਹਾ 'ਤੇ ਸੀਟ ਲਾ ਦਿਓ, ਥੱਲੇ 'ਚ ਬੈਠਣਾ ਵਾ। ਅਤੇ ਬੈਠੀ ਉਹ ਸੰਗਤ 'ਚ, ਉੱਪਰ ਨਹੀਂ ਗਈ ਵਿਚਾਰੀ, ਉਹ ਸੰਗਤ 'ਚ ਬੈਠ ਕੇ ਉਹਨੇ ਸਾਰਾ ਸਮਾਗਮ ਅਟੈਂਡ ਕੀਤਾ। ਲੇਕਿਨ ਸਾਡੇ ਤਾਂ ਇੱਥੇ ਇਹ ਆ, ਰੰਧਾਵਾ ਸਾਹਿਬ ਨੇ ਕਹਿਤਾ, ਹੁਣ ਰੰਧਾਵਾ ਸਾਹਿਬ ਨੇ ਕਹਿਤਾ ਸਟੇਜ 'ਤੇ ਸਿਰਫ 5 ਸੀਟਾਂ ਲੱਗਣਗੀਆਂ, ਧਾਰਮਿਕ ਆਗੂ ਸਟੇਜ 'ਤੇ ਬੈਠਣਗੇ, ਪ੍ਰਧਾਨ ਮੰਤਰੀ ਹੈਗਾ ਉਹ ਬੈਠੇਗਾ, ਗ੍ਰਹਿ ਮੰਤਰੀ ਹੈਗਾ ਉਹ ਬੈਠੇਗਾ, ਰਾਸ਼ਟਰਪਤੀ ਹੈਗਾ ਉਹ ਬੈਠੇਗਾ, ਅਤੇ ਪੰਜਾਬ ਦਾ ਮੁੱਖ ਮੰਤਰੀ ਬੈਠੇਗਾ। ਧਾਰਮਿਕ ਜਿਹੜੇ ਆਗੂ ਉਹ ਸਪੀਚਾਂ ਕਰਨਗੇ, ਉਹ ਗੁਰੂ ਸਾਹਿਬ ਦਾ ਸੰਦੇਸ਼ ਦੇਣਗੇ, ਉਹਨਾਂ ਦੇ ਸਿੱਖਿਆਵਾਂ 'ਤੇ ਪਹਿਰਾ ਦੇਣ ਦਾ ਤੁਹਾਨੂੰ ਪ੍ਰਵਚਨ ਕਰਨਗੇ। ਉਹਦੇ ਨਾਲ ਜਿਹੜੇ ਬਾਕੀ ਜਿਹੜੀਆਂ ਸਪੀਚ ਹੋਊਗੀ ਉਹ ਵੀ ਸਾਡੀ ਲੀਡਰ ਦੀ ਸਪੀਚ ਜਿਹੜੀ ਹੋਏਗੀ ਉਹ ਵੀ ਸਿਰਫ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੱਕ ਸੀਮਿਤ ਹੋਏਗੀ, ਕੋਈ ਸਿਆਸੀ ਗੱਲ ਨਹੀਂ ਹੋਏਗੀ, ਬਾਕੀ ਕੋਈ ਸਟੇਜ 'ਤੇ ਨਹੀਂ ਜਾਏਗਾ। ਉਹਦਾ ਮਤਲਬ ਇਹ ਆ ਵੀ ਉੱਥੇ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੈਠੇਗਾ, ਉਹਦੇ 'ਤੇ ਹੋ ਗਿਆ ਵੀ ਨਾ ਸੁਖਬੀਰ ਸਿੰਘ ਬਾਦਲ ਜਾਏਗਾ, ਨਾ ਪ੍ਰਕਾਸ਼ ਸਿੰਘ ਬਾਦਲ ਜਾਏਗਾ। 2008 ਦੇ ਵਿੱਚ ਜੋ ਉੱਥੇ ਸਮਾਗਮ ਹੋਇਆ ਵਾ ਨੰਦੇੜ ਸਾਹਿਬ, ਹਜ਼ੂਰ ਸਾਹਿਬ, ਉਦੋਂ ਸੁਖਬੀਰ ਸਿੰਘ ਬਾਦਲ ਉਸ ਨੰਦੇੜ ਸਾਹਿਬ ਦੇ ਵਿੱਚ ਸੀਗਾ, ਹਜ਼ੂਰ ਸਾਹਿਬ ਦੇ ਵਿੱਚ ਸੀ, ਲੇਕਿਨ ਉਹ ਸਮਾਗਮ ਸ਼ਾਮਲ ਨਹੀਂ ਹੈ, ਮੈਨੂੰ ਸਟੇਜ 'ਤੇ ਸੀਟ ਨਹੀਂ ਦਿੱਤੀ ਰੋਸ ਵਜੋਂ। ਅਤੇ ਉਦੋਂ ਜੇ ਆ ਜਾਂਦਾ ਸੰਗਤ 'ਚ ਬਹਿੰਦਾ ਤਾਂ ਉਹਦਾ ਕੱਦ ਵੱਧਦਾ। ਹੁਣ ਇਸ ਵੇਲੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਵੀ ਇਹਨਾਂ ਦੋ ਪਿਓ ਪੁੱਤਾਂ ਨੂੰ ਜਿਹੜਾ ਉਹ ਸਟੇਜ 'ਤੇ ਨਾ ਬੈਠਣ ਦਿੱਤਾ ਜਾਵੇ ਜਾਂ ਹੋਰ ਆਗੂਆਂ ਨੂੰ ਸਟੇਜ 'ਤੇ ਨਾ ਬੈਠਣ ਦਿੱਤਾ ਜਾਵੇ। ਇਸ ਕਰਕੇ ਇਹਨਾਂ ਦੀ ਤਾਲਮੇਲ ਕੋਈ ਨਹੀਂ ਚੱਲਣੀ। ਜੇ ਅੱਜ ਦੀ ਮੀਟਿੰਗ 20 ਮਿੰਟ ਹੋਈ ਅਤੇ 20 ਬੰਦੇ ਬੈਠੇ ਸੀ, ਸਰਕਾਰ ਦਾ ਇੱਕ ਨੁਮਾਇੰਦਾ ਜ਼ਰੂਰ ਆਇਆ ਸੀ। ਕੌਣ ਹੋਇਆ ਸਰਕਾਰ ਦੇ ਵਿੱਚੋਂ? ਸਰਕਾਰ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਆਏ ਆ, ਉਹਨਾਂ ਵੀ ਕਹਿ ਤਾ ਜਦੋਂ ਰੰਧਾਵਾ ਸਾਹਿਬ ਪਿਛਲੀ ਵਾਰ ਨਹੀਂ ਅਗਲੀ ਵਾਰ ਠੀਕ ਹੋ ਜਾਏਗਾ, ਮੁੜ ਕੇ ਬਿਆਨ ਟੇਢੇ ਮੇਢੇ ਆਉਣੇ ਸ਼ੁਰੂ ਹੋ ਗਏ ਸੀਗੇ। ਉਹਨਾਂ ਨੂੰ ਪੁੱਛਿਆ ਗਿਆ ਵੀ ਵੇਖੋ ਜੀ ਜਿਹੜੇ ਟੇਢੇ ਮੇਢੇ ਬਿਆਨ ਆਉਣੇ ਹੁੰਦੇ ਉਹ ਤਾਂ ਕੀ ਕਰਦੇ ਆ? ਉਹ ਕਹਿੰਦੇ ਜੀ ਕੋਈ ਨਹੀਂ, ਉਹ ਵੀ ਹਟ ਜਾਣਗੇ। ਇਹਦਾ ਮਤਲਬ ਵੀ ਉੱਥੇ ਕੋਈ ਗੱਲਬਾਤ ਹੋ ਨਹੀਂ ਸਕੀ। ਇਸ ਕਰਕੇ ਦੋਵਾਂ ਧਿਰਾਂ ਨੇ ਵੱਖੋ ਵੱਖਰੇ ਮਨਾਉਣੇ ਆ। ਸ਼੍ਰੋਮਣੀ ਕਮੇਟੀ ਜਿਹੜਾ ਪੰਡਾਲ ਲਾਇਆ ਵਾ ਉਹ 25 ਕਰੋੜ ਤੋਂ ਚੱਲਿਆ ਸੀਗਾ, ਕੁਛ ਲੋਕਾਂ ਨੇ ਫਿਰ ਇਤਰਾਜ਼ ਕੀਤਾ ਅਤੇ 10 ਕਰੋੜ 'ਤੇ ਫਾਈਨਲ ਹੋਇਆ। ਜੇ 25 ਕਰੋੜ 'ਤੇ ਹੁੰਦਾ ਤਾਂ ਕਿੰਨੇ ਪੈਸੇ ਜਾਣੇ ਸੀ ਗੁਰੂ ਦੀ ਗੋਲਕ ਦੇ ਵਿੱਚੋਂ? ਸਰਕਾਰ ਦਾ ਪੰਡਾਲ ਲੱਗਣਾ ਤੋਂ ਘੱਟ ਪੈਸਾ ਲੱਗਣਾ ਵਾ। ਇਸ ਕਰਕੇ ਮੈਂ ਸੋਚਦਾ ਇਸ ਗੱਲ ਨੂੰ ਵੀ ਇਹ ਤਾਲਮੇਲ ਚੰਗੀ ਗੱਲ ਇੱਕ ਮੰਚ 'ਤੇ ਇਕੱਠੇ ਹੋ ਜਾਣ, ਚੰਗੀ ਗੱਲ ਕਹਿਣ ਵੀ ਅਸੀਂ ਜਿਹੜੀ ਸੰਗਤ 'ਚ ਬੈਠ ਕੇ ਜਿਹੜਾ ਸਰਵਣ ਕਰਾਂਗੇ ਸਭ ਕੁਝ, ਚੰਗੀ ਗੱਲ ਕਹਿਣ ਵੀ ਅਸੀਂ ਜਿਹੜੇ ਸਾਡੇ ਧਾਰਮਿਕ ਆਗੂ ਹੋਣਗੇ ਉਹਨਾਂ ਦੇ ਪ੍ਰਵਚਨ ਸੁਣਾਂਗੇ ਅਸੀਂ। ਲੇਕਿਨ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਹੋਵੇ। ਤਾਲਮੇਲ ਕੋਈ ਨਹੀਂ, ਦੋਵਾਂ ਧਿਰਾਂ ਨੇ ਵੱਖੋ ਵੱਖਰੇ ਜਿਹੜੇ ਆਪਣੇ ਜਿਹੜੇ ਸਮਾਗਮ ਦੇ ਪੰਡਾਲ ਲਾਉਣੇ ਸ਼ੁਰੂ ਕਰਤੇ ਆ। ਜੇ ਉਹ ਪੰਡਾਲ ਲਾਉਣੇ ਸ਼ੁਰੂ ਕਰ ਦਿੱਤੇ ਆ ਅਤੇ ਫਿਰ ਏਕਤਾ ਦੀ ਗੱਲ ਕੋਈ ਨਹੀਂ। ਅਤੇ ਬੀਬੀ ਜਗੀਰ ਕੌਰ ਨੇ ਵੀ ਅੱਜ ਕਹਿ ਦਿੱਤਾ ਸਰਕਾਰ ਨੇ ਉਹ ਨਹੀਂ ਕੀਤਾ, ਜੇ ਨਹੀਂ ਕੀਤਾ, ਸਰਕਾਰ 'ਤੇ ਬੜੇ ਇਲਜ਼ਾਮ ਲਾਏ ਉਹਨੇ। ਜੇ ਉਹ ਇਲਜ਼ਾਮ ਲਾਇਆ ਤਾਂ ਫਿਰ ਏਕਤਾ ਕਿੱਥੇ ਹੋਊਗੀ? ਸਮਾਗਮ ਤਾਂ ਮੇਰੇ ਖਿਆਲ ਵੱਖਰੇ ਮਨਾਉਣਗੇ, ਅਤੇ ਜੇ ਇਹ ਇਕੱਠੇ ਹੋ ਕੇ ਮਨਾਉਂਦੇ ਆ ਅਤੇ ਮੈਂ ਨਾ ਭਾਗਾਂ ਵਾਲੇ ਨਾਲ ਵੱਡਾ ਕੋਈ ਨਹੀਂ ਹੋ ਸਕਦਾ। ਬਿਲਕੁਲ। ਸੋ ਚਾਹੀਦਾ ਹੈ ਕਿ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਪੱਟੀ ਸਾਹਿਬ, ਮੈਨੂੰ ਹੋਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਗੱਲ ਯਾਦ ਆ ਗਈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਤਾਲਮੇਲ ਨਹੀਂ ਬੈਠਦਾ ਤਾਂ ਫਿਰ ਉਹ ਇਸ ਦੇ ਵਿੱਚ ਦਖਲ ਜਿਹੜਾ ਹੈ ਉਹ ਦੇ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕਰਨਗੇ। ਵੇਖੋ ਜੀ, ਜੇ ਤੇ ਜਥੇਦਾਰ ਅਕਾਲ ਤਖਤ ਇੰਡੀਪੈਂਡੈਂਟ ਹੋਵੇ ਤਾਂ ਫਿਰ ਤੇ ਉਹ ਆਦੇਸ਼ ਜਾਰੀ ਕਰ ਸਕਦਾ ਵਾ।
ਤੇ ਜੇ ਆਦੇਸ਼ ਹੀ ਆਪਾਂ ਉੱਥੋਂ ਬਾਦਲ ਪਿੰਡ ਤੋਂ ਪੁੱਛ ਕੇ ਜਾਰੀ ਕਰਨੇ ਤੇ ਫਿਰ ਕੰਮ ਕਿਵੇਂ ਚੱਲ ਸਕਦਾ। ਜੇ ਤੇ ਜਥੇਦਾਰ ਇਹ ਮੰਨਦੇ ਨੇ ਵੀ ਜਿਸ ਤਰ੍ਹਾਂ 2008 ਦੇ ਵਿੱਚ ਹਜੂਰ ਸਾਹਿਬ ਸ਼ਤਾਬਦੀ ਮਨਾਈ ਗਈ ਸੀ ਉਸੇ ਪੈਟਰਨ ਤੇ ਅਸੀਂ ਮਨਾਵਾਂਗੇ ਤੇ ਫਿਰ ਤੇ ਤਾਲਮੇਲ ਬੈਠ ਜੂ। ਤੇ ਜੇ ਉਹ ਕਹਿਣ ਵੀ ਸੁਖਬੀਰ ਨੂੰ ਵੀ ਜਗ੍ਹਾ ਦਿਓ ਤੇ ਬੀਬੀ ਜਗੀਰ ਕੌਰ ਨੂੰ ਵੀ ਦਿਓ ਤੇ ਵੱਡੇ ਬਾਦਲ ਨੂੰ ਵੀ ਦਿਓ ਤੇ ਛੋਟੇ ਨੂੰ ਵੀ ਦਿਓ, ਫਿਰ ਸ਼ਾਇਦ ਤਾਲਮੇਲ ਨਾ ਬੈਠੇ। ਇਸ ਕਰਕੇ ਜੇ ਇੰਡੀਪੈਂਡੈਂਟ ਜਥੇਦਾਰ ਹੁੰਦਾ ਦਬਕਾ ਮਾਰਦਾ ਤੇ ਕੰਮ ਸੂਤਰ ਆ ਜਾਂਦਾ, ਲੇਕਿਨ ਜਥੇਦਾਰ ਵਿਚਾਰਾ ਵਾ ਤੇ ਉਹਨੇ ਵਿਚਾਰ ਕੀ ਨੇ ਗੱਲ ਕਰਨੀ ਹੈ ਤੇ ਵਿਚਾਰ ਕੇ ਗੱਲ ਕਰਨੀ ਹੈ। ਇਸ ਕਰਕੇ ਤਾਲਮੇਲ ਬਹਿਣ ਦੇ ਬਹੁਤੇ ਅਸਾਰ ਨਜ਼ਰ ਨਹੀਂ ਆ ਰਹੇ। ਭੱਟੀ ਸਾਹਿਬ, ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਫਿਰ ਇੱਕ ਵਾਰ ਸਿਆਸੀ ਜ਼ਮੀਨ ਤਲਾਸ਼ਣ ਦੇ ਲਈ ਬਰਗਾੜੀ ਦੇ ਵਿੱਚ ਇੱਕ ਫਿਰ ਜਿਵੇਂ ਮੋਰਚਾ ਪਹਿਲਾਂ ਲੱਗਾ ਸੀ ਉਵੇਂ ਦਾ ਹੀ ਇੱਕ ਸੰਘਰਸ਼ ਜਿਹੜਾ ਆ ਉਹ ਵਿੱਢਣ ਦੀ ਗੱਲ ਕਰ ਰਹੇ ਆ, ਜਿਹੜਾ ਕਿ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਵੀ ਆਇਆ ਆ। ਸੋ ਕੀ ਵੇਖਦੇ ਹੋ ਕਿ ਸੁਖਪਾਲ ਸਿੰਘ ਖਹਿਰਾ ਇਹ ਸਾਰਾ ਕੁਝ ਕਿਵੇਂ ਕਰ ਰਿਹਾ, ਕਿਉਂਕਿ ਉੱਥੇ ਜਿਹੜੀ ਜਿੱਥੇ ਮੋਰਚਾ ਲੱਗਾ ਸੀ ਮੰਡੀ ਦੇ ਵਿੱਚ, ਉਹ ਮੰਡੀ ਨੂੰ ਤੇ ਕੰਡਿਆਲੀ ਤਾਰ ਲਾ ਕੇ ਜਿਹੜਾ ਬੰਦ ਕੀਤਾ, ਪਰ ਹੁਣ ਬਰਗਾੜੀ ਦੇ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਆ। ਜਿੱਥੋਂ ਤੱਕ ਸੁਖਪਾਲ ਸਿੰਘ ਖਹਿਰਾ ਦੀ ਗੱਲ, ਖਹਿਰਾ ਸਾਹਿਬ ਨੂੰ ਜਿੰਨਾ ਕੁ ਮੈਂਡੇਟ ਲੋਕਾਂ ਨੇ ਦਿੱਤਾ ਸੀ, ਜਿੰਨੇ ਕੁ ਲੋਕ ਉਹਨਾਂ ਦੇ ਨਾਲ ਤੁਰ ਪਏ ਸੀ, ਉਹਨਾਂ ਨੇ ਸੋਚ ਲਿਆ ਵੀ ਵੇਖੋ ਜੀ ਲੋਕ ਇੰਨੇ ਮੇਰੇ ਪਿੱਛੇ ਤੁਰ ਪਏ, ਮੇਰੇ ਤੋਂ ਵੱਡਾ ਲੀਡਰ ਕਿਹੜਾ ਹੋ ਸਕਦਾ। ਲੇਕਿਨ ਬਠਿੰਡੇ ਦੀ ਲੋਕ ਸਭਾ ਨੇ ਉਹਨਾਂ 'ਤੇ ਸਾਰੀਆਂ ਅੱਖਾਂ ਤੋਂ ਪਰਦਾ ਲਾਤਾ, ਨਹੀਂ ਭਾਈ ਅੰਦਰ ਖਾਤੇ ਕੁਝ ਹੋਰ ਆ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਉਦੋਂ ਬਿਆਨ ਦੇ ਦਿੱਤਾ ਸੀਗਾ ਵੀ ਮੈਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ, ਲੇਕਿਨ ਫਿਰ ਅਗਲੇ ਦਿਨ ਬਿਆਨ ਆ ਗਿਆ ਸੀ ਨਹੀਂ ਮੈਂ ਲੋਕ ਸੇਵਾ ਕਰੂੰਗਾ, ਸਿਆਸਤ ਕਰੂੰਗਾ, ਮੈਂ ਸਿਆਸਤ ਛੱਡੂੰਗਾ ਨਹੀਂ। ਜਿੰਨਾ ਹਾਲ ਮਾੜਾ ਸੁਖਪਾਲ ਸਿੰਘ ਖਹਿਰਾ ਦਾ ਬਠਿੰਡੇ ਦੇ ਵਿੱਚ ਹੋਇਆ ਸੀਗਾ, ਉਸੇ ਜਗ੍ਹਾ 'ਤੇ ਇੱਕ ਰੈਲੀ ਕੀਤੀ ਸੀ, 30,000 ਬੰਦਾ ਉੱਥੇ ਆਇਆ ਸੀਗਾ। ਉਸ ਤੋਂ ਬਾਅਦ ਜਿਹੜੇ ਸਮਾਗਮ ਬਰਗਾੜੀ 'ਚ ਹੋਏ ਆ, ਇਹ ਅਗਨਾ ਲੀਡ ਕੀਤਾ ਤੇ ਜਿੰਨੀ ਜਨਤਾ ਨਤੁਰੀ ਸੀ ਦੇ ਨਾਲ, ਇਹ ਉਸ ਚੀਜ਼ ਨੂੰ ਜਿਹੜਾ ਸੀ ਇਹ ਮੈਂ ਸੋਚਦਾ ਜੱਜ ਨਹੀਂ ਕਰ ਸਕੇ ਵੀ ਇਹ ਲੋਕ ਕੌਣ ਨੇ। ਭੀੜ ਕਦੀ ਤੁਹਾਡੀ ਵੋਟ ਨਹੀਂ ਹੁੰਦੀ, ਭੀੜ ਹੁੰਦੀ ਆ। ਭੀੜ ਦੇ ਸਹਾਰੇ ਤੁਸੀਂ ਸਰਕਾਰ ਨਹੀਂ ਬਣਾ ਸਕਦੇ। ਜੇ ਭੀੜ ਦੇ ਸਾਰੇ ਸਰਕਾਰ ਬਣਦੀ ਹੁੰਦੀ ਤੇ ਅੱਜ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਹੁੰਦਾ। ਕੋਈ ਯਥਾਰਥ ਰੂਪ 'ਚ ਗੱਲਾਂ ਹੁੰਦੀਆਂ ਨੇ, ਕੁਛ ਗੱਲਾਂ ਜਿਹੜੀਆਂ ਵਾ ਉਹ ਲੋਕ ਇੱਕੋ ਇੱਕ ਪਾਰਟੀਆਂ ਦੇ ਬੱਝੇ ਹੁੰਦੇ ਆ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਜਿਹੜੇ ਸੀ ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਫਿਰ ਹੁਣ ਉੱਭਰੇ ਨੇ। ਉਹਨਾਂ ਵਰਗਾ ਬੁਲਾਰਾ ਤੇ ਇਮਾਨਦਾਰ ਬੰਦਾ ਕੋਈ ਨਹੀਂ ਹੈਗਾ। ਹਰ ਮੁੱਦੇ ਨੂੰ ਉਹ ਮੁਸ਼ਤੈਦੀ ਨਾਲ ਉਠਾਉਣ ਦੀ ਜਾਂਚ ਉਹਨਾਂ ਨੂੰ ਉਠਾਉਂਦੇ ਵੀ ਰਹੇ ਨੇ। ਉਹਨਾਂ ਦੇ ਪਿਤਾ ਜੀ ਦਾ ਵੀ ਇਹੋ ਹੀ ਸੀਗਾ, ਉਹ ਵੀ ਬੜੀ ਧੜੇ ਨਾਲ ਗੱਲ ਕਰਦੇ ਸੀਗੇ। ਲੇਕਿਨ ਅੱਜ ਸੁਖਪਾਲ ਸਿੰਘ ਖਹਿਰਾ ਫਿਰ ਮਹਿਸੂਸ ਕਰਦੇ ਸ਼ਾਇਦ ਬਰਗਾੜੀ ਕਾਂਡ ਦੇ ਵਿੱਚੋਂ ਮੈਨੂੰ ਇੱਕ ਵਾਰੀ ਫਿਰ ਕੋਈ ਨਾ ਕੋਈ ਮੈਂਡੇਟ ਲੋਕਾਂ ਦਾ ਮਿਲ ਜੇ, ਲੋਕਾਂ ਦਾ ਸਹਿਯੋਗ ਮਿਲ ਜੇ। ਲੇਕਿਨ ਉਹਨਾਂ ਨੇ ਕਿਹਾ ਵੀ 14 ਅਕਤੂਬਰ ਨੂੰ ਉੱਥੇ ਅਸੀਂ ਸਟੇਡੀਅਮ ਦੇ ਵਿੱਚ ਜਿਹੜਾ ਸੀ ਕਿ ਵੱਡਾ ਸਮਾਗਮ ਕਰਾਂਗੇ, ਉਹਨਾਂ ਸ਼ਹੀਦਾਂ ਦੀ ਯਾਦ 'ਚ ਲੋਕ ਆ ਜਾਣਗੇ, ਵੱਡੀ ਗਿਣਤੀ 'ਚ ਆ ਜਾਣਗੇ। ਤੇ ਉਹਨਾਂ ਲੋਕਾਂ ਨੂੰ ਜਿਹੜੇ ਖਹਿਰਾ ਸਾਹਿਬ ਆਪਣੀ ਵੋਟ ਬੈਂਕ ਨਾ ਸਮਝਣ, ਖਹਿਰਾ ਸਾਹਿਬ ਸਮਝਣ ਵੀ ਲੋਕ ਉਹਨਾਂ ਲੋਕਾਂ ਦੀ ਹਮਦਰਦੀ ਵਾਸਤੇ ਆਏ ਆ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ ਜੀ ਸ਼ਹਾਦਤ ਦਿੱਤੀ ਸੀਗੀ। ਇਸ ਕਰਕੇ ਖਹਿਰਾ ਸਾਹਿਬ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਆ, ਲੇਕਿਨ ਅਜੇ ਉਹਨਾਂ ਦਾ ਹੱਥ ਪੱਲਾ ਪੈ ਨਹੀਂ ਰਿਹਾ, ਕਿਉਂ PDA ਜਿਹੜਾ ਬਣਿਆ ਸੀ ਉਹ ਬੈਂਸਾਂ ਨੇ ਤੋੜਤਾ। ਬੈਂਸਾਂ ਬਾਰੇ ਇਹ ਆਪਾਂ ਪਹਿਲਾਂ ਵੀ ਗੱਲ ਕਰਦੇ, ਅੱਜ ਵੀ ਕਰਦੇ ਹਾਂ। ਉਹਨਾਂ ਨੇ ਉਹ ਕਰਨਾ ਵਾ ਜੋ ਉਹਨਾਂ ਨੂੰ ਤੋਂ BJP ਤੋਂ ਝੰਡੀ ਹੋਣੀ ਆ। ਉਹ ਕਿਸੇ ਵੇਲੇ ਵੀ BJP ਦਾ ਹੱਥ ਥੰਮ ਸਕਦੇ ਆ। ਜੇ ਉੱਥੇ ਇਲੈਕਸ਼ਨ ਨਹੀਂ ਲੜਦੇ ਆਪਣੇ ਫਗਵਾੜੇ, ਤੇ ਇਹਦਾ ਫਾਇਦਾ ਜਿਹੜਾ ਸੀ ਕਾਂਗਰਸ ਹੋਣਾ ਸੀ। ਉਹਨਾਂ ਕਾਂਗਰਸ ਦਾ ਨੁਕਸਾਨ ਕਰਨ ਬਦਲੇ BJP ਨੂੰ ਫਾਇਦਾ ਪਟਾਉਣ ਵਾਸਤੇ ਇਲੈਕਸ਼ਨ ਲੜ ਰਹੇ ਨੇ। ਲੇਕਿਨ ਉਹ ਜੇ ਕਿਤੇ ਸੀਟ ਬਸਪਾ ਨੂੰ ਛੱਡ ਦਿੰਦੀ, ਜਿੱਤੀ ਜਾਂਦੀ, ਤੇ ਫਿਰ ਕਿਹੜੇ ਸੀ ਆਪਣੇ ਬੈਂਸਾ ਦਾ ਉਮੀਦਵਾਰ ਜਿਹੜਾ ਸੀ ਇੱਥੋਂ ਦਾਖਾ ਤੋਂ ਜਿੱਤਣ ਦੇ ਅਸਾਰ ਬਣ ਜਾਂਦੇ ਸੀ, ਪੂਰੀ ਫਾਈਟ ਆ ਸਕਦਾ ਸੀ। ਲੇਕਿਨ ਉਹਨਾਂ ਨੇ ਕਹਿ ਦਿੱਤਾ ਨਹੀਂ ਜੀ ਅਸੀਂ ਨਹੀਂ, ਉਹ PDA ਤੋੜਤਾ। ਹੁਣ ਪੰਜਾਬੀ ਏਕਤਾ ਪਾਰਟੀ ਇਕੱਲੀ ਰਹਿ ਗਈ। ਉਹਦੇ ਵਾਸਤੇ 2-2.5 ਸਾਲ ਹੈਗੇ ਆ। ਉਹਦੇ ਵਾਸਤੇ ਖਹਿਰਾ ਸਾਨੂੰ ਬੜੀ ਮਿਹਨਤ ਕਰਨੀ ਪੈਣੀ ਹੈ, ਪਿੰਡ ਜਾਣਾ ਪੈਣਾ, ਲੋਕਾਂ ਕੋਲ ਜਾ ਕੇ ਆਪਣੀ ਸਥਿਤੀ ਸਪਸ਼ਟ ਕਰਨੀ ਪੈਣੀ ਹੈ, ਲੋਕਾਂ ਨੂੰ ਨਾਲ ਲੈਣਾ ਪੈਣਾ ਵਾ। ਔਰ ਮੈਂ ਇਹ ਸਮਝ ਕਹੂੰਗਾ ਜੇ ਕਿਤੇ ਇਹ ਵੀਰ ਦਵਿੰਦਰ, ਜਗਮੀਤ ਬਰਾੜ, ਖਹਿਰਾ, ਛੋਟੇਪੁਰ ਸਾਰੇ ਇੱਕ ਮੰਚ 'ਤੇ ਇਕੱਠੇ ਹੋਏ ਕਿ ਇੱਕ ਨੂੰ ਆਪਣਾ ਲੀਡਰ ਮੰਨ ਲੈਂਦੇ ਆ, ਉਹ 'ਚ ਨਵਜੋਤ ਸਿੰਘ ਸਿੱਧੂ ਵੀ ਲੈ ਲਓ ਤੁਸੀਂ, ਇੱਕ ਨੂੰ ਲੀਡਰ ਮੰਨ ਕੇ ਤੁਰ ਲੈਂਦੇ, ਲੋਕ ਇਹਨਾਂ ਦੇ ਪਿੱਛੇ ਤੁਰ ਪੈਣਗੇ। ਲੋਕ ਤੀਸਰਾ ਬਦਲ ਚਾਹੁੰਦੇ ਆ। ਇਹ ਸਾਰੇ ਬੰਦੇ ਇਮਾਨਦਾਰ ਨੇ, ਇਹਨਾਂ 'ਚ ਕੋਈ ਲੁਟੇਰਾ ਨਹੀਂ ਹੈਗਾ। ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਖਹਿਰਾ ਸਾਹਿਬ ਵੱਲੋਂ ਵੀ ਮੈਂ ਬਰਗਾੜੀ ਦੇ ਨਾਂ 'ਤੇ ਇੱਕ ਵਾਰੀ ਫਿਰ ਕੋਈ ਆਪਣੀ ਸਿਆਸੀ ਜ਼ਮੀਨ ਤਲਾਸ਼ ਲਵਾਂ। ਜੇ ਇਹ ਇਹਨਾਂ ਨੂੰ ਜ਼ਮੀਨ ਮਿਲ ਜੇ ਚੰਗੀ ਗੱਲ, ਜੇ ਨਾ ਮਿਲੀ ਤਾਂ ਫਿਰ ਮਿਹਨਤ ਅਜੇ ਬਹੁਤ ਕਰਨੀ ਪਏਗੀ।
ਅਜੇ ਦਿੱਲੀ ਦੂਰ ਲੱਗਦੀ ਉਹਨਾਂ ਵਾਸਤੇ। ਮਿਹਨਤ ਦੀ ਗੱਲ ਕੀਤੀ ਹੈ ਪੱਟੀ ਸਾਹਿਬ ਤੁਸੀਂ, ਮਿਹਨਤ ਮੈਨੂੰ ਲੱਗਦਾ ਕਿ ਹਰਿਆਣੇ ਦੇ ਵਿੱਚ ਅਕਾਲੀ ਦਲ ਨੂੰ ਵੀ ਬਹੁਤ ਕਰਨੀ ਪੈਣੀ ਆ, ਕਿਉਂਕਿ ਅਨੈਲੋ ਦੇ ਨਾਲ ਫੇਰ ਗਠਬੰਧਨ ਉਹਨਾਂ ਨੇ ਕਰਕੇ ਤੇ 5 ਸੀਟਾਂ ਦੇ ਉੱਤੇ ਅਕਾਲੀ ਦਲ ਜਿਹੜਾ ਉਹ ਇਲੈਕਸ਼ਨ ਲੜ ਰਿਹਾ। ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅਕਾਲੀ ਦਲ ਦੇ ਕੋਲ ਹਰਿਆਣੇ ਦੇ ਵਿੱਚ ਉਮੀਦਵਾਰ ਹੀ ਨਹੀਂ ਹੈਗੇ ਖੜੇ ਕਰਨ ਵਾਸਤੇ, ਜੇ ਉਹ ਸਾਰੀਆਂ ਸੀਟਾਂ ਤੇ ਇਕੱਲਿਆਂ ਲੜਦਾ। ਇਹੀ ਚੀਜ਼ ਦੇਖਣ ਨੂੰ ਮਿਲੀ ਕਿ 5 ਸੀਟਾਂ ਦੇ ਉੱਤੇ ਉਹ ਲੜ ਰਿਹਾ, ਚਾਹੇ ਕਿ ਗੱਠਜੋੜ ਅਨੈਲੋ ਦੇ ਨਾਲ ਹੈਗਾ ਆ। ਪਰ ਅਨੈਲੋ ਦੀ ਜਿਵੇਂ ਦੀ ਕੰਡੀਸ਼ਨ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਰਹੀ ਆ, ਉਸ ਨੂੰ ਮੁੱਖ ਰੱਖ ਕੇ ਜੇਕਰ ਦੇਖਿਆ ਜਾਵੇ ਤਾਂ ਕੰਮ ਬਹੁਤ ਹੀ ਔਖਾ ਆ। ਜਿਹੜੀ ਗੱਲ ਤੁਸੀਂ ਗੱਲ ਕੀਤੀ ਜੀ ਹਰਿਆਣੇ ਦੀ, ਹਰਿਆਣੇ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਉੱਥੋਂ ਦੀ, ਤੇ ਜਿਹੜੀ ਅਕਾਲੀ ਦਲ ਨੇ ਕਹਿ ਦਿੱਤਾ ਸੀ, ਬੜਕ ਮਾਰਤੀ ਸੀ ਸਾਰੀ ਸੀਟਾਂ ਚੁਣ ਲੜਾਂਗੇ, ਤੇ ਜਿੱਦਣ ਇਹਨਾਂ ਨੇ ਕੁਰਕਸ਼ੇਤਰ ਦੇ ਵਿੱਚ ਇੱਕ ਰੈਲੀ ਕੀਤੀ ਸੀ ਤੇ ਮੰਗੀਆਂ ਸੀ ਇਹਨਾਂ ਵੀ ਐਪਲੀਕੇਸ਼ਨ ਦਿਓ ਆਪਣੀਆਂ ਚੋਣ ਲੜਨ ਵਾਲੇ, ਤੇ ਉਹਨਾਂ ਕੋਲ ਬੰਦੇ ਮਸਾਂ 40 ਆਏ ਸੀ, 42 ਬੰਦੇ ਨਹੀਂ ਹੋ ਸਕਦੇ। ਜੇ ਇੰਨੇ ਬੰਦੇ ਆਏ ਸੀ ਬਾਕੀ ਬੰਦੇ ਕਿੱਥੋਂ ਲਿਆਉਣੇ ਸੀ? ਇਸ ਕਰਕੇ ਅਨੈਲੋ ਨਾਲ ਉਹਨਾਂ ਦੀ ਮਜਬੂਰੀ ਬਣ ਗਈ ਸੀ। ਤੇ ਜੇ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਵੀ ਸਾਡਾ ਅਨੈਲੋ ਨਾਲ ਜਿਹੜਾ ਸੀ ਪਹਿਲਾਂ ਵੀ ਸਮਝੌਤਾ ਤੇ ਐਰ ਕਿਵੇਂ ਹੋ ਰਿਹਾ, ਲੇਕਿਨ ਲੋਕ ਸਭਾ ਚੋਣਾਂ ਦੇ ਵੇਲੇ ਉਹਨਾਂ ਅਨੈਲੋ ਦਾ ਵਿਰੋਧ ਕੀਤਾ ਸੀ, ਉਹਨਾਂ ਦੇ ਉਮੀਦਵਾਰ ਨੂੰ ਹਰਾਇਆ ਸੀ ਤੇ ਬੀਜੇਪੀ ਦੇ ਉਮੀਦਵਾਰ ਨੂੰ ਜਿਤਾਇਆ ਸੀਗਾ। ਹੁਣ ਉਹਨਾਂ ਦੀ ਮਜਬੂਰੀ ਬਣ ਗਈ ਸੀ ਅਨੈਲੋ ਨਾਲ ਸਮਝੌਤਾ ਕਰਨ ਦੀ। ਫਿਰ ਵੀ ਉਹਨਾਂ ਸੋਚਿਆ ਵੀ ਇਹ 5 ਸੀਟਾਂ ਜੇ ਕਿਤੇ ਉਹਨਾਂ ਨੂੰ ਬੀਜੇਪੀ ਦੇ ਦਿੰਦੀ ਤਾਂ ਵੀ ਸੈਟੀਸਫਾਈ ਸੀ, ਬੀਜੇਪੀ 3 ਦੇ ਦਿੰਦੀ ਤਾਂ ਵੀ ਸੈਟੀਸਫਾਈ ਸੀ, ਲੇਕਿਨ ਬੀਜੇਪੀ ਨੇ ਚੁੱਪ ਕਰਕੇ ਕਹਿਤਾ ਭਾਈ ਆਪਣੇ ਘਰ ਜਾ ਕੇ ਕੰਮ ਕਰੋ, ਪੰਜਾਬ 'ਚ ਤੁਹਾਡੇ ਨਾਲ ਗੱਲ ਕਰਾਂਗੇ, ਇੱਥੇ ਕੋਈ ਨਹੀਂ ਕਰਨੀ। ਤੇ ਸੁਖਬੀਰ ਸਿੰਘ ਬਾਦਲ ਦੀ ਇੱਕ ਗੱਲ ਹੈਗੀ ਹੈ, ਉਹ ਮਿਹਨਤੀ ਵੀ ਹੈ ਤੇ ਅੜਨ ਵਾਲਾ ਵੀ ਹੈ, ਅਣਖੀਲਾ ਵੀ ਹੈ। ਇੱਕ ਡਿਬੇਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਦੋਵੇਂ ਬੈਠੇ ਸੀਗੇ, ਅਖੀਰ ਦੇ ਉੱਤੇ ਐਂਕਰ ਕਹਿੰਦਾ ਵੀ ਤੁਸੀਂ ਇੱਕ ਦੂਜੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹੱਕ 'ਚ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਇਸ ਬੰਦੇ ਦੀ ਦਾਤ ਦਿੰਦਾ, ਇਹ ਮਿਹਨਤੀ ਬਹੁਤ ਆ, ਫਿਰ ਜਿਹੜੀ ਗੱਲ ਕਰਦਾ ਉੱਤੇ ਖਲੋਂਦਾ ਵਾ, ਅਣਖੀਲਾ ਵੀ ਬਹੁਤ ਆ, ਇਸ ਕਰਕੇ ਮੈਂ ਇਹਦੀ ਦਾਤ ਦਿੰਦਾ ਵੀ ਇਹ ਮੁੰਡਾ ਜਿਹੜਾ ਵਾ ਆਉਣ ਵਾਲੇ ਸਮੇਂ 'ਚ ਕੋਈ ਕਾਰਵਾਈ ਕਰੋ। ਉਸੇ ਚੀਜ਼ ਨੂੰ ਰੱਖ ਕੇ ਹੁਣ ਵੀ ਸੁਖਬੀਰ ਸਿੰਘ ਬਾਦਲ ਨੇ, ਜਦੋਂ ਕਿ ਵੱਡੇ ਬਾਦਲ ਸਾਹਿਬ ਨੇ ਕਹਿਤਾ ਵੀ ਕਾਕਾ ਜੀ ਆਪਾਂ ਵੇਖੋ ਭਾਜਪਾ ਦੇ ਨਾਲ ਚੱਲਣਾ ਵਾ, ਵਿਗਾੜਨੀ ਨਹੀਂ, ਲੇਕਿਨ ਉਹਨਾਂ ਨੇ ਬਾਪੂ ਦੀ ਵੀ ਨਹੀਂ ਮੰਨੀ ਤੇ 5 ਸੀਟਾਂ ਦੇ ਇਲੈਕਸ਼ਨ ਲੜ ਰਹੇ ਆ, ਨਾ ਇਹਨਾਂ ਦਾ ਕੁਝ ਬਣਨਾ ਨਾ ਉਹਨਾਂ ਦਾ ਕੁਝ ਬਣਨਾ। ਪਹਿਲਾਂ ਇਹ ਗੱਲ ਆਉਂਦੀ ਸੀ ਵੀ ਭਾਜਪਾ ਸ਼ਾਇਦ ਦੋਵੇਂ ਰਲ ਕੇ ਲੜ ਰਹੇ ਨੇ, ਵੀ ਜਿਹੜੀ ਸਿੱਖ ਵੋਟ ਆ ਉਹ ਕਾਂਗਰਸ ਨੂੰ ਨਾ ਚਲੀ ਜਾਵੇ ਤੇ ਤੁਸੀਂ ਇਲੈਕਸ਼ਨ ਲੜ ਲਓ। ਜੇ ਉਹ ਗੱਲ ਹੁੰਦੀ ਫਿਰ 30 ਸੀਟਾਂ ਇਲੈਕਸ਼ਨ ਲੜਦੇ, ਹੁਣ 5 ਸੀਟਾਂ ਦੇ ਇਲੈਕਸ਼ਨ ਲੜਦੇ ਤੇ ਉਹ ਗੱਲ ਜਾਪਦੀ ਨਹੀਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ 'ਚ ਆ, ਜਿਸ ਤਰੀਕੇ ਨਾਲ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਅੱਗੇ ਅਸੀਂ ਸੀਰੀਜ਼ ਹਾਂ, 20% ਸੀਟਾਂ ਲੈਂਦੇ ਹਾਂ, 25% ਲੈਂਦੇ ਹਾਂ, ਹੁਣ ਅਸੀਂ ਭਾਈਵਾਲ ਬਣਨਾ ਅੱਧ 'ਚ ਆ ਕੇ, ਤੇ ਭਾਈਵਾਲ ਅੱਧ ਦਾ ਹੁੰਦਾ ਵਾ, 25% ਦਾ ਭਾਈਵਾਲ ਨਹੀਂ ਹੁੰਦਾ। ਤੇ ਜੇ ਇਹ ਗੱਲ ਸਹੀ ਹੈ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਸ਼ਾਇਦ ਗੱਠਜੋੜ ਨਾ ਰਵੇ। ਤੇ ਸੁਖਬੀਰ ਸਿੰਘ ਬਾਦਲ ਨੂੰ ਸਾਡੀ ਇੱਕ ਸਲਾਹ ਵਾ, 1977 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ, ਉਸ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਬੀਜੇਪੀ ਨੇ ਅਕਾਲੀ ਦਲ ਨੇ ਇਕੱਲਾ ਇਲੈਕਸ਼ਨ ਲੜੀ ਸੀ, ਜਿੱਤ ਪ੍ਰਾਪਤ ਕੀਤੀ ਸੀ। 1985 ਜਿਹੜੀ ਇਲੈਕਸ਼ਨ ਹੋਈ ਉਹ ਵੀ ਅਕਾਲੀ ਦਲ ਨੇ ਇਕੱਲਾ ਲੜੀ ਸੀ, ਜਿੱਤ ਪ੍ਰਾਪਤ ਕੀਤੀ ਸੀ। ਇਸ ਕਰਕੇ ਐਡਾ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ। ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨਾ, ਅਕਾਲੀ ਦਲ ਜਿਹੜਾ ਵਾ ਨਾ ਸਿਰਫ ਸੱਤਾ ਦਾ ਸੁੱਖ ਭੋਗਣ ਵਾਸਤੇ ਨਹੀਂ ਹੋਣ ਚਾਹਿਆ, ਅਕਾਲੀ ਜਿਹੜਾ ਲੋਕ ਮਸਲੇ ਨੂੰ ਹੱਲ ਕਰਨ ਵਾਸਤੇ ਹੋਣ ਚਾਹਿਆ ਵਾ। ਇਸ ਕਰਕੇ ਸੱਤਾ ਦਾ ਸੁੱਖ ਛੱਡੋ, ਇਕੱਲੇ ਹੋ ਕੇ ਪੰਥਕ ਪਾਰਟੀ ਬਣਾਓ, ਪੰਥ ਦੀ ਗੱਲ ਕਰੋ, ਸਿੱਖ ਰਹੁ ਰੀਤਾਂ ਦੀ ਗੱਲ ਕਰੋ, ਸਿੱਖ ਮਰਿਆਦਾ ਦੀ ਗੱਲ ਕਰੋ। ਜੇ ਤੁਸੀਂ ਤਰੱਕੀ ਕਰਨੀ ਆ ਅੱਜ ਨਹੀਂ ਤੇ ਕੱਲ੍ਹ ਨਹੀਂ ਤੇ ਪਰਸੋਂ ਤੁਹਾਨੂੰ ਕਾਮਯਾਬੀ ਮਿਲੇਗੀ। ਤੇ ਜੇ ਨਾ ਕੀਤਾ ਤੇ ਫਿਰ ਬੀਜੇਪੀ ਨੇ ਤੁਹਾਡਾ ਅਕਾਲੀ ਦਲ ਵੀ ਖਤਮ ਕਰ ਦੇਣਾ ਤੇ ਤੁਹਾਨੂੰ ਸੀਟ ਵੀ ਕੋਈ ਨਹੀਂ ਮਿਲਣੀ ਤੇ ਤੁਹਾਨੂੰ ਜਿੱਤਣ ਵੀ ਨਹੀਂ ਦੇਣਾ ਉੱਥੇ। ਬਿਲਕੁਲ। ਸੋ ਪੱਟੀ ਸਾਹਿਬ ਸਮਾਂ ਜਿਹੜਾ ਆਪਣੇ ਕੋਲ 1 ਮਿੰਟ ਦਾ ਹੀ ਰਹਿ ਗਿਆ ਵਾ, ਤੇ ਅੰਤ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਸੱਦਾ ਆਇਆ ਸੀ ਪਾਕਿਸਤਾਨ ਦੇ ਵੱਲੋਂ, ਉਸ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਆ? ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਆਏ ਆ। ਡਾਕਟਰ ਮਨਮੋਹਨ ਸਿੰਘ ਨੂੰ ਲਿਖਤੀ ਪੜ੍ਹਤੀ ਅਤੇ ਸੱਦਾ ਕੋਈ ਨਹੀਂ ਆਇਆ। ਡਾਕਟਰ ਮਨਮੋਹਨ ਸਿੰਘ ਉਹਨਾਂ ਕਿਹਾ ਜੇ ਅਸੀਂ ਸੱਦਾ ਭੇਜਾਂਗੇ, ਲੇਕਿਨ ਡਾਕਟਰ ਮਨਮੋਹਨ ਸਿੰਘ ਚਾਹੁੰਦੇ ਸੀ ਵੀ ਮੇਰਾ ਪਿੰਡ ਉੱਥੇ ਆ, ਉਹਦਾ ਪਿੰਡ ਦਾ ਨਾਮ ਹੀ ਬਦਲ ਕੇ ਡਾਕਟਰ ਮਨਮੋਹਨ ਸਿੰਘ ਰੱਖ ਦਿੱਤਾ ਗਿਆ। ਉਹ ਚਾਹੁੰਦੇ ਸੀ ਮੈਂ ਜਾ ਕੇ ਕਰਤਾਰਪੁਰ ਮੱਥਾ ਟੇਕ ਕੇ ਆਵਾਂ, ਨਾਲੇ ਉਹਨਾਂ ਦੇ ਨਾਲ ਮਿਲ ਕੇ ਆਵਾਂ, ਜੇ ਮੈਨੂੰ ਬੁਲਾਇਆ ਤਾਂ ਮੈਂ ਜਾਊਂਗਾ। ਲੇਕਿਨ ਇੱਕ ਤਾਂ ਬੀਜੇਪੀ ਦੀ ਗੱਲ ਕਰਦੇ ਆ, ਬੀਜੇਪੀ ਦੇ ਕੁਝ ਲੋਕਾਂ ਨੇ ਬੜੀ ਕ੍ਰਿਟਿਸਿਜ਼ਮ ਕੀਤਾ ਵੀ ਜੇ ਪ੍ਰਧਾਨ ਮੰਤਰੀ ਨੂੰ ਸੱਦਾ ਨਹੀਂ ਭੇਜਿਆ ਤੇ ਸੱਦਾ ਪੱਤਰ ਭੇਜਿਆ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਿਉਂ ਭੇਜਿਆ, ਉਹ ਕਿਉਂ ਜਾਵੇ ਉੱਥੇ। ਤੇ ਕਾਂਗਰਸ ਨਹੀਂ ਚਾਹੁੰਦੀ ਕੋਈ ਇਹੋ ਜਿਹੀ ਗੱਲ ਬਲਾ ਅੱਗੇ ਉਹ ਸਿੱਧੂ ਵਾਲੀ ਆਪਣੇ ਗੱਲ ਪਾਵੇ ਵੀ ਸਿੱਧੂ ਗਿਆ ਸੀ, ਉਹ ਬਲਾ ਅੱਗੇ ਪਈ ਇਹਨਾਂ ਮਗਰ ਲੱਥੀ ਨਹੀਂ ਅਜੇ ਤੱਕ।
ਉਹ ਚਾਹੁੰਦੇ ਸੀ, ਉਹਨਾਂ ਡਾਕਟਰ ਸਾਹਿਬ ਨੂੰ ਕਿਹਾ ਡਾਕਟਰ ਸਾਹਿਬ ਤੁਸੀਂ ਸੋਚ ਲਓ। ਉਹਨਾਂ ਕਿਹਾ ਠੀਕ ਹੈ ਜੀ, ਜਿੱਦਾਂ ਕੋ ਉੱਦਾਂ ਕਰ ਲਾਂਗੇ। ਲੇਕਿਨ ਇਹ ਖਬਰਾਂ ਛਪੀਆਂ ਕਿਉਂਕਿ ਕੱਲ੍ਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸਰ ਹਰਵਿੰਦਰ ਸਿੰਘ ਸਰਨਾ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਦੇਣ ਵਾਸਤੇ ਗਿਆ ਸੀ ਇੱਕ ਸੱਦਾ ਪੱਤਰ ਵੀ ਸਾਡਾ ਇੱਕ ਨਗਰ ਕੀਰਤਨ ਦਿੱਲੀ ਤੋਂ ਲੈ ਕੇ ਨਨਕਾਣਾ ਸਾਹਿਬ ਤੋਂ ਲੈ ਕੇ ਜਾ ਰਹੇ ਹਾਂ, ਉਹਦੇ ਵਿੱਚ ਸੋਨੇ ਦੀ ਪਾਲਕ ਵੀ ਲੈ ਕੇ ਜਾ ਰਹੇ ਹਾਂ, ਅਤੇ ਤੁਸੀਂ ਉਸ ਜਿਹੜਾ ਅਸੀਂ ਨਗਰ ਕੀਰਤਨ ਉਹ ਸ਼ਮੂਲੀਅਤ ਕਰੋ ਅਤੇ ਉਹਨੂੰ ਤੋਰੋ ਇੱਥੋਂ। ਅਤੇ ਡਾਕਟਰ ਸਾਹਿਬ ਨੇ ਕਿਹਾ ਜੀ ਮੈਂ ਜ਼ਰੂਰ ਆਊਂਗਾ। ਉਸ ਟਾਈਮ 'ਤੇ ਗੱਲ ਹੋਈ ਸੀ, ਡਾਕਟਰ ਸਾਹਿਬ ਨੇ ਕਿਹਾ ਜੀ ਮੈਂ ਜਾਣ ਲਈ ਤਿਆਰ ਹਾਂ, ਮੈਨੂੰ ਜੇ ਸਰਕਾਰ ਅਤੇ ਪਾਰਟੀ ਆਗਿਆ ਦੇ ਦਿਓ ਅਤੇ ਮੈਂ ਜਾਣ ਲਈ ਤਿਆਰ ਹਾਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਿਲੇ ਆ। ਕਿਹਾ ਜਾਂਦਾ ਕਿ ਭਾਜਪਾ ਦੇ ਕਹਿਣ 'ਤੇ ਉਹਨਾਂ ਨੇ ਸੰਦੇਸ਼ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੁਸੀਂ ਨਾ ਜਾਇਓ। ਤਾਂ ਉਹ ਤਾਂ ਭੋਲੇ ਪੰਛੀ ਨੇ, ਉਹਨਾਂ ਕਹਿੰਦਾ ਠੀਕ ਆਪਾਂ ਨਹੀਂ ਜਾਂਦੇ ਜੀ। ਇਸ ਕਰਕੇ ਸਰਕਾਰ ਨੇ ਵੀ ਦਬਾਅ ਪਾਇਆ, ਪਾਰਟੀ ਨੇ ਦਬਾਅ ਪਾਇਆ, ਲੇਕਿਨ ਉਹ ਦਿਲੋਂ ਚਾਹੁੰਦੇ ਸੀ ਜਾਣਾ ਮੈਂ ਜਾਵਾਂ। ਇਸ ਕਰਕੇ ਹੁਣ ਉਹ ਨਹੀਂ ਜਾਣਗੇ ਅਤੇ ਸਿਰਫ ਜਿਹੜਾ ਉਹ ਨਗਰ ਕੀਰਤਨ ਨਿਕਲਣਾ ਇੱਥੋਂ 28 ਤਰੀਕ ਨੂੰ ਦਿੱਲੀ ਤੋਂ, ਉਹਨੂੰ ਰਵਾਨਾ ਕਰਨ ਵਾਸਤੇ ਆਉਣਗੇ। ਉਹਨਾਂ ਕਹਾ ਜੀ ਧੰਨ ਭਾਗ ਮੇਰੇ, ਮੈਨੂੰ ਇੰਨੇ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣਗੇ, ਤੁਸੀਂ ਸੱਦਾ ਪੱਤਰ ਦੇਣ ਆਏ ਹੋ। ਅਤੇ ਇਹ ਨਹੀਂ ਕਿ ਮੈਂ ਰਵਾਨਾ ਕਰੂੰ, ਮੈਂ ਗੁਰੂ ਸਾਹਿਬ ਦਰਸ਼ਨ ਕਰਨ ਵਾਸਤੇ ਆਊਂਗਾ ਜੀ ਆਪ। ਅਤੇ ਬੜੀ ਵੱਡੀ ਗੱਲ ਸੀ ਉਹਨਾਂ ਵਾਸਤੇ ਕਿ ਉਹ ਗੁਰੂ ਨੂੰ ਬੜੇ ਸਮਰਪਿਤ ਵਿਅਕਤੀ ਨੇ, ਅਤੇ ਮੈਂ ਸੋਚਦਾ ਵੀ ਜਾਣਾ ਚਾਹੀਦਾ ਸੀ। ਜੇ ਨਹੀਂ ਗਏ ਤਾਂ ਸਾਡੇ ਲੋਕਾਂ ਨੇ ਮੁੱਦਾ ਬਣਾਉਣਾ ਸੀ, ਕਿਉਂਕਿ ਕੁਝ ਬੀਜੇਪੀ ਵਾਲੇ ਕਹਿੰਦੇ ਸੁਣੇ ਗਏ ਵੀ ਜੇ ਇੱਕ ਡੈਪੂਟੇਸ਼ਨ ਜਾਵੇ, ਉਹ 'ਚ ਮੁੱਖ ਪ੍ਰਧਾਨ ਮੰਤਰੀ ਜਾਵੇ, ਉਹ 'ਚ 2-4 ਮੰਤਰੀ ਜਾਣ ਅਤੇ ਡਾਕਟਰ ਸਾਹਿਬ ਚੱਲ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਜੇ ਇਕੱਲੇ ਜਾਂਦੇ ਆ ਤਾਂ ਫਿਰ ਸਾਨੂੰ ਇਤਰਾਜ਼ ਆ। ਉਹਨਾਂ ਦੀ ਚੱਲਦੀ ਆ ਜੀ, ਉਹ ਮਾਲਕ ਨੇ ਇਸ ਵੇਲੇ 'ਚ ਕੁਝ ਵੀ ਕਹਿ ਸਕਦੇ ਆ। ਲੇਕਿਨ ਮੈਂ ਸੋਚਦਾ ਵੀ ਇਹ ਅਗਲੇ ਦੀਆਂ ਭਾਵਨਾ ਦੇ ਉੱਤੇ ਜਿਹੜਾ ਵਾ ਇਹ ਬੜਾ ਤਕੜਾ ਹਮਲਾ ਜੀ। ਸੋ ਬਿਲਕੁਲ ਇਸ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਖਬਰਾਂ ਦੇ ਉੱਤੇ ਸਾਂਝ ਪਾਈ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਆ ਇਸ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਆ। ਤੁਹਾਡੇ ਤੋਂ ਆਗਿਆ ਚਾਹਾਂਗੇ, ਫਿਰ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਪਹੁੰਚਾਂਗੇ ਤੁਹਾਡੀ ਕਚਹਿਰੀ ਦੇ ਵਿੱਚ। ਸੋ ਤੁਹਾਡੇ ਤੋਂ ਇੱਥੇ ਹੀ ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।